नमस्ते क्लास, सत श्री अकाल। जमात 9वीं, पाठ एक सधारण आदमी, लेखक संतोख सिंह धीर, किताब ਸਾਹਿਤਕ रंग। तो बच्चों, इस पाठ ਨੂੰ पढ़न तो पहला मैं ਇਹਦੇ ਬਾਰੇ ਵਿੱਚ ਛੋਟੀ ਜਿਹੀ ਜਾਣਕਾਰੀ ਟਿੱਪਣੀ ਜਿਹੜੀ ਆ ਉਹ ਦੇਣਾ ਚਾਹਾਂਗੀ। ਇਸ ਪਾਠ ਦੇ ਵਿੱਚ ਜਿਉਣਾ ਨਾਮ ਦਾ ਇੱਕ ਬੰਦਾ ਹੈ ਜਿਸ ਦੇ ਨਾਂ ਤੋਂ ਹੀ ਇਸ ਪਾਠ ਦਾ ਨਾਮ ਰੱਖਿਆ ਗਿਆ, ਇੱਕ ਸਧਾਰਨ ਆਦਮੀ। ਜਿਉਣਾ ਇੱਕ ਸਿੱਧਾ ਸਾਦਾ ਆਦਮੀ ਹੈ। ਉਹਦਾ ਇੱਕ ਭਰਾ ਵੀ ਹੈਗਾ ਬਚਨ ਸਿੰਘ, ਔਰ ਇਸ ਪਾਠ ਦਾ ਤੀਜਾ ਪਾਤਰ ਹੈਗਾ ਹੈ ਸੱਦਾ ਸਿੰਘ। ਔਰ ਜਿਉਣਾ ਅਤੇ ਜਿਉਣੇ ਦਾ ਭਰਾ ਜਿਹੜਾ ਹੈ ਦੋਨੋਂ ਹੀ ਬਹੁਤ ਸ਼ਰੀਫ ਹਨ। ਔਰ ਜਿਉਣਾ ਕੋਈ 50 ਕੁ ਸਾਲ ਦਾ ਇੱਕ ਵਿਅਕਤੀ ਹੈ। 50 ਸਾਲ ਦੀ ਉਮਰ ਤੱਕ ਉਸਨੇ ਕਦੇ ਕੁੱਤੇ ਤੱਕ ਨੂੰ ਵੀ ਸੋਟੀ ਨਹੀਂ ਮਾਰੀ ਹੋਈ, ਮਤਲਬ ਕਿ ਬਹੁਤ ਜ਼ਿਆਦਾ ਸ਼ਰੀਫ ਹੈ। ਉਸਨੇ ਕਦੀ ਕੋਈ ਗੁਨਾਹ ਨਹੀਂ ਕੀਤਾ, ਕਦੀ ਝੂਠ ਤੱਕ ਵੀ ਬੋਲਣਾ ਨਹੀਂ ਆਉਂਦਾ ਉਸਨੂੰ। ਪਰ ਅੱਜ ਅਚਾਨਕ ਉਸਦੇ ਹੱਥੋਂ ਇੱਕ ਕਤਲ ਹੋ ਜਾਂਦਾ ਹੈ। ਵਿਸਾਖ ਦਾ ਮਹੀਨਾ ਸੀ, ਕਣਕਾਂ ਦੀ ਕਟਾਈ ਹੋ ਚੁੱਕੀ ਸੀ ਅਤੇ ਕਮਾਂਦਾਂ ਦੇ ਗੰਢਿਆਂ ਨੂੰ ਪਾਣੀ ਦੇਣ ਦੇ ਦਿਨ ਸਨ। ਜਿਉਣੇ ਅਤੇ ਅਕਾਲੀ ਸੱਦਾ ਸਿੰਘ ਦਾ ਖੂਹ ਜਿਹੜਾ ਉਹ ਸਾਂਝਾ ਸੀ। ਜਿਉਣਾ ਅਤੇ ਉਸਦਾ ਭਰਾ ਬਚਨ ਸਿੰਘ ਖੂਹ ਜੋੜਨ ਲੱਗੇ ਤਾਂ ਖੂਹ ਦਾ ਹਿੱਸੇਦਾਰ ਸੱਦਾ ਸਿੰਘ ਉਹਨਾਂ ਨੂੰ ਰੋਕਣ ਲਈ ਆ ਗਿਆ, ਕਿਉਂਕਿ ਖੂਹ ਦੇ ਹਿੱਸੇਦਾਰ 3 ਬੰਦੇ ਸਨ: ਜਿਉਣਾ, ਉਹਦਾ ਭਰਾ ਬਚਨ ਸਿੰਘ ਅਤੇ ਸੱਦਾ ਸਿੰਘ। ਉਹ ਤਿੰਨੋਂ ਜਣੇ ਉਸੇ ਖੂਹ ਤੋਂ ਹੀ ਆਪਣੇ ਖੇਤਾਂ ਨੂੰ ਪਾਣੀ ਲਗਾਉਂਦੇ ਆ। ਔਰ ਰਾਤ ਜਿਹੜੀ ਇਹ ਚਾਨਣੀ ਸੀ। ਸੱਦਾ ਸਿੰਘ ਜਿਹੜਾ ਬਹੁਤ ਹੀ ਉੱਚਾ ਲੰਬਾ ਪਹਿਲਵਾਨਾਂ ਵਰਗਾ ਉਹਦਾ ਸਰੀਰ ਹੈ, ਔਰ ਉਹ ਸੱਦਾ ਸਿੰਘ ਨੰਗੇ ਪਿੰਡੇ ਤੋਂ ਹੀ ਮੰਜੇ ਤੋਂ ਉੱਠ ਕੇ ਖੂਹ ਵੱਲ ਆ ਗਿਆ ਸੀ। ਸੱਦਾ ਸਿੰਘ ਬਹੁਤ ਹੀ ਆਪਣੇ ਆਪ ਨੂੰ ਬਹੁਤ ਹੀ ਬਦਮਾਸ਼ ਟਾਈਪ ਬੰਦਾ ਹੈ। ਉਹ ਮਤਲਬ ਕਿਸੇ ਨੂੰ ਦੂਸਰੇ ਬੰਦੇ ਨੂੰ ਡਰਾ ਧਮਕਾ ਕੇ ਆਪਣਾ ਕੰਮ ਕਰਵਾਉਣ ਵਾਲਾ ਹੈ। ਜਿਉਣੇ ਦੇ ਬਲਦ ਜੁੜੇ ਖੜੇ ਸਨ। ਸੱਦਾ ਸਿੰਘ ਬਲਦਾਂ ਅੱਗੇ ਖੜਾ ਹੋ ਗਿਆ। ਜਿਉਣਾ ਕਹਿ ਰਿਹਾ ਸੀ ਕਿ ਖੂਹ ਚਲਾਉਣ ਦੀ ਅੱਜ ਮੇਰੀ ਵਾਰੀ ਹੈ, ਪਰ ਸੱਦਾ ਸਿੰਘ ਕਹਿ ਰਿਹਾ ਸੀ ਕਿ ਅੱਜ ਉਸ ਦੀ ਵਾਰੀ ਹੈ। ਦੋਵੇਂ ਧਿਰਾਂ ਵਿੱਚ ਝਗੜਾ ਹੋ ਗਿਆ ਔਰ ਦੋਨਾਂ ਨੇ ਇੱਕ ਦੂਜੇ ਨੂੰ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ। ਔਰ ਜਿਉਣੇ ਨੇ ਆਪਣੇ ਹੱਥ ਵਿੱਚ ਕਹੀ ਫੜੀ ਹੋਈ ਸੀ, ਜਿਸ ਕਾਰਨ ਜਿਉਣਾ ਸੱਦਾ ਸਿੰਘ ਨੂੰ ਮਾਰਨਾ ਨਹੀਂ ਚਾਹੁੰਦਾ ਸੀ, ਪਰ ਡਰਾਉਣਾ ਚਾਹੁੰਦਾ ਸੀ। ਜਿਉਣੇ ਨੇ ਉਹ ਕਹੀ ਜਿਹੜੀ ਹੈ ਸੱਦਾ ਸਿੰਘ ਦੇ ਸਿਰ ਦੇ ਵਿੱਚ ਮਾਰਤੀ ਔਰ ਸੱਦਾ ਸਿੰਘ ਦਾ ਕਤਲ ਹੋ ਜਾਂਦਾ ਹੈ। ਔਰ ਸੱਦਾ ਸਿੰਘ ਦਾ ਜਿਹੜਾ ਸਿਰ ਹੈ ਉਹਦੇ 2 ਫਾੜ ਹੋ ਗਏ, ਮਤਲਬ ਸਿਰ ਜਿਹੜਾ ਹੈ ਉਹਦਾ 2 ਟੋਟੇ ਹੋ ਗਿਆ। ਸੱਦਾ ਸਿੰਘ ਮਰ ਗਿਆ। ਜਿਉਣਾ ਹੁਣ ਬਹੁਤ ਹੈਰਾਨ ਪਰੇਸ਼ਾਨ ਹੋ ਗਿਆ, ਕਿਉਂਕਿ ਉਹ ਅਜਿਹਾ ਕਰਨਾ ਨਹੀਂ ਚਾਹੁੰਦਾ ਸੀ, ਫਿਰ ਵੀ ਉਹਦੇ ਹੱਥੋਂ ਇੱਕ ਕਤਲ ਹੋ ਗਿਆ। ਔਰ ਉਸਨੂੰ ਬਹੁਤ ਬੁਰਾ ਲੱਗ ਰਿਹਾ ਸੀ, ਬਹੁਤ ਡਰ ਲੱਗ ਰਿਹਾ ਸੀ, ਕਿਉਂਕਿ ਉਹ ਇੱਕ ਬਹੁਤ ਚੰਗਾ ਬੰਦਾ ਸੀ ਔਰ ਉਹਦੇ ਕੋਲੋਂ ਸੱਚ ਛੁਪਾਇਆ ਵੀ ਨਾ ਗਿਆ। ਅਤੇ ਉਹ ਫਿਰ ਅੰਤ ਦੇ ਵਿੱਚ ਸੱਚ ਬੋਲਣ ਲਈ ਰਾਜੀ ਹੋ ਜਾਂਦਾ ਅਤੇ ਕਹਿੰਦਾ ਕਿ ਮੈਂ ਮਾਰਿਆ, ਮੁੱਕਰਦਾ ਨਹੀਂ ਮੈਂ ਮਾਰਿਆ। ਇਸ ਕਹਾਣੀ ਵਿੱਚ ਸਧਾਰਨ ਵਿਅਕਤੀ ਕੋਲੋਂ ਕਤਲ ਹੋ ਜਾਣ ਉਪਰੰਤ ਸੱਚ ਅਤੇ ਝੂਠ ਦੇ ਵਿਚਕਾਰ ਕਸ਼ਮਕਸ਼ ਦੀ ਮਾਨਸਿਕਤਾ ਨੂੰ ਜਿਹੜਾ ਚਿੱਤਰਿਆ ਹੋਇਆ ਹੈ ਉਹ ਲੇਖਕ ਨੇ ਬਿਆਨ ਕੀਤਾ ਹੈ। ਤਾਂ ਬੱਚਿਓ, ਚਲੋ ਪੜ੍ਹਦੇ ਹਾਂ ਕਹਾਣੀ। ਇੱਕ ਸਧਾਰਨ ਆਦਮੀ ਵਿੱਚ ਦੱਸਿਆ ਗਿਆ ਕਿ 50 ਵਰ੍ਹੇ ਦੀ ਉਮਰ ਵਿੱਚ ਜਿਉਣੇ ਨੇ ਕੁੱਤੇ ਨੂੰ ਵੀ ਸੋਟੀ ਨਹੀਂ ਸੀ ਮਾਰੀ, ਪਰ ਅੱਜ ਅਚਾਨਕ ਉਸ ਦੇ ਹੱਥੋਂ ਇੱਕ ਆਦਮੀ ਦਾ ਕਤਲ ਹੋ ਗਿਆ। ਹੁਣ ਉਹ ਡੋਰਪੋਰ ਸੀ, ਔਰ ਡੋਰਪੋਰ ਹੋਣਾ ਮਤਲਬ ਘਬਰਾ ਜਾਣਾ, ਘਾਬਰਿਆ ਅਤੇ ਡੈਬਰਿਆ। ਘਾਬਰਿਆ, ਡਰਿਆ ਹੋਇਆ, ਡੈਬਰਿਆ ਮਤਲਬ ਉਸਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਉਹ ਕਰੇ ਕੀ। ਵਿਸਾਖ ਦਾ ਮਹੀਨਾ ਸੀ, ਕਣਕਾਂ ਵੱਢੀਆਂ ਗਈਆਂ ਸਨ, ਕਮਾਂਦਾਂ ਦੇ ਗੰਢਿਆਂ ਨੂੰ ਪਾਣੀ ਦੇਣ ਦੇ ਦਿਨ ਸਨ। ਕਮਾਂਦ ਕੀ ਹੁੰਦਾ ਭਲਾ? ਗੰਨੇ ਦਾ ਖੇਤ ਜਿਹਦੇ ਵਿੱਚ ਗੰਨੇ ਬੀਜੇ ਜਾਂਦੇ ਆ। ਤੜਕੇ 2 ਜਾਂ 3 ਵਜੇ ਜਿਉਣੇ ਨੇ ਬਲਦ ਖੋਲੇ ਅਤੇ ਹਿੰਸਾਂ ਵਾਲੇ ਖੂਹ ਉੱਤੇ ਕਮਾਂਦ ਸਿੰਜਣ ਆ ਗਿਆ। ਅੱਜ ਉਸ ਦੀ ਵਾਰੀ ਸੀ। ਨਾਲ ਹੀ ਉਸ ਦਾ ਛੋਟਾ ਭਾਈ ਬਚਨ ਸਿੰਘ ਵੀ ਆਇਆ ਨੱਕੇ ਛੱਡਣ ਵਾਸਤੇ। ਨੱਕੇ ਛੱਡਣਾ ਮਤਲਬ ਪਾਣੀ ਮੋੜਨਾ। ਔਰ ਖੂਹ ਨਿਆਈ ਵਿੱਚ ਸੀ, ਪਿੰਡ ਦੀ ਫਿਰਨੀ ਦੇ ਨਾਲ ਹੀ ਸੀ। ਫਿਰਨੀ ਮਤਲਬ ਰਸਤਾ। ਖੂਹ ਤੋਂ ਥੋੜ੍ਹੀ ਦੂਰ ਹੀ 100 ਕੁ ਗਜ ਦੇ ਫਰਕ ਨਾਲ ਅਕਾਲੀਆਂ ਦਾ ਘਰ ਸੀ ਅਤੇ ਸੱਦਾ ਸਿੰਘ ਅਕਾਲੀ ਜੋ ਖੂਹ ਦਾ ਹਿੱਸੇਦਾਰ ਸੀ ਅਤੇ ਮੰਨਿਆ ਹੋਇਆ ਅੜਬ ਵੀ ਸੀ, ਆਪਣੇ ਘਰ ਦੇ ਵਿਹੜੇ ਵਿੱਚ ਡੰਗਰਾਂ ਲਾਗੇ ਪਿਆ ਸੀ। ਉਸ ਦਾ ਕਹਿਣਾ ਇਹ ਸੀ ਕਿ ਅੱਜ ਉਸ ਦੀ ਵਾਰੀ ਹੈ। ਜਿਉਣੇ ਹੋਰੀ ਖੂਹ ਨਾ ਜੋੜਨ, ਜੇ ਉਹ ਫਿਰ ਵੀ ਜੋੜਨਗੇ ਤਾਂ ਉਹ ਆ ਕੇ ਰੋਕੇਗਾ। ਟਿੱਕੀ ਸੁੰਨੀ ਰਾਤ ਸੀ। ਸੱਦਾ ਸਿੰਘ ਦਾ ਕੰਨ ਵੀ ਸਮਝੋ ਖੂਹ ਵੱਲ ਲੱਗਾ ਹੋਇਆ ਸੀ। ਹਿੰਸਾਂ ਵਾਲੇ ਖੂਹ ਉੱਤੇ ਜਦ ਖੂਹ ਜੋੜਨ ਦੀ ਵਿੜਕ ਆਵਾਜ਼ ਹੋਈ ਤਾਂ ਸੱਦਾ ਸਿੰਘ ਜਾਗ ਪਿਆ ਅਤੇ ਮੰਜੇ ਤੋਂ ਉੱਠ ਕੇ ਖੂਹ ਵੱਲ ਤੁਰ ਪਿਆ। ਉਸ ਦਾ ਪਿੰਡਾ ਨੰਗਾ ਸੀ। ਪਿੰਡਾ ਮਤਲਬ ਸਰੀਰ। ਸਿਰ ਅਤੇ ਪੈਰ ਵੀ ਨੰਗੇ ਸਨ। ਸਿਰਫ ਚਿੱਟੀ ਕੱਛ ਹੀ ਉਸ ਦੇ ਤੇੜ ਪਹਿਨੀ ਹੋਈ ਸੀ, ਮਤਲਬ ਕਿ ਚਿੱਟੀ ਉਸਨੇ ਧੋਤੀ ਪਾਈ ਹੋਈ ਸੀ ਆਪਣੇ ਲੱਕ ਦੇ ਉੱਤੇ। ਔਰ
ਚੰਨ ਚਾਨਣੀ ਰਾਤ ਸੀ, ਪੂਰਨਮਾਸ਼ੀ ਲੰਘਿਆ ਅਜੇ 3 ਕੁ 4 ਦਿਨ ਹੋਏ ਸਨ। ਜਿਉਣੇ ਹੋਰਾਂ ਨੇ ਦੇਖਿਆ ਕਿ ਸੱਦਾ ਸਿੰਘ ਆ ਰਿਹਾ ਹੈ। ਸ਼ੱਕ ਤਾਂ ਹੀ ਕਿ ਉਸ ਨੂੰ ਉਹ ਸਾਵਧਾਨ ਜਿਹੇ ਹੋ ਗਏ ਤੇ ਨਾਲ ਕੁਝ ਕੰਬਣ ਵੀ ਲੱਗੇ। ਉਸ ਨੂੰ ਪਹਿਲਾਂ ਉਹਨਾਂ ਨੂੰ ਪਤਾ ਹੀ ਨਹੀਂ ਚੱਲਿਆ ਉਹ ਅੱਜ ਵੀ ਕੋਈ ਤਮਾਸ਼ਾ ਕਰੇਗਾ। ਜਿਉਣੇ ਹੋਰੀ ਨਰਮ ਸਨ, ਸੱਦਾ ਸਿੰਘ ਅੱਖੜ ਸਰੀਰ ਦਾ ਵੀ ਉਹ ਸੱਦਾ ਸਿੰਘ ਨਰੋਆ ਤੇ ਤਗੜਾ ਸੀ। ਲੰਮਾ ਕੱਦ, ਖੁੱਲਾ ਵਿੱਡ ਮਤਲਬ ਮੋਟਾ ਤਾਜ਼ਾ, ਪਹਿਲਵਾਨਾਂ ਵਰਗਾ ਜੁੱਸਾ ਮਤਲਬ ਸਰੀਰ। ਕਦੇ ਕਿਸੇ ਜ਼ਮਾਨੇ ਵਿੱਚ ਉਹ ਪਹਿਲਵਾਨ ਵੀ ਰਿਹਾ ਸੀ, ਭਾਵੇਂ ਹੁਣ ਉਹ ਬੁੱਢਾ ਹੋ ਚੁੱਕਾ ਸੀ 60-62 ਵਰ੍ਹਿਆਂ ਦਾ, ਪਰ ਛਾਤੀ ਹੁਣ ਵੀ ਚੌੜੀ ਤੇ ਡੋਲੇ ਮੱਛੀਆਂ ਵਾਲੇ ਸਨ ਔਰ ਪੱਟਾਂ ਉੱਤੇ ਛੱਲੀਆਂ ਤੇ ਪਿੰਜਣੀਆਂ ਵੀ ਮਜ਼ਬੂਤ ਸਨ। ਚਿਹਰਾ ਭਖਦਾ ਲਾਲ ਸੀ, ਵੱਡੇ ਵੱਡੇ ਹੱਥ ਤੇ ਪੈਰ ਸਨ। ਦੇਖਣ ਵਿੱਚ ਸੱਦਾ ਸਿੰਘ ਸ਼ਰੀਫ ਨਜ਼ਰ ਆਉਂਦਾ ਸੀ। ਕੋਟ ਦਾ ਲੜਾਕਾ ਸੀ, ਰੇਬ ਕੱਛ ਪਾਉਂਦਾ ਤੇ ਸਿਰ ਉੱਤੇ ਛੋਟੀ ਜਿਹੀ ਪੀਲੀ ਪੱਗ ਬੰਨ੍ਹਦਾ ਹੁੰਦਾ ਜਿਵੇਂ ਗ੍ਰੰਥੀ ਹੁੰਦਾ। ਗੁਟਕਾ ਵੀ ਪੜਦਾ ਰਹਿੰਦਾ, ਇਸ ਕਰਕੇ ਲੋਕ ਉਸ ਨੂੰ ਭਾਈ ਜੀ ਵੀ ਕਹਿੰਦੇ ਸਨ, ਪਰ ਜਾਣਨ ਵਾਲੇ ਕਹਿੰਦੇ ਸਨ ਕਿ ਉਸ ਵਿੱਚ ਬਹੁਤ ਗੁੱਸਾ ਸੀ ਤੇ ਨਿਰੀ ਅੱਗ ਦੀ ਨਾਲ ਸੀ। ਅੱਗ ਦੀ ਨਾਲ ਮਤਲਬ ਬਹੁਤ ਗੁੱਸੇ ਵਾਲਾ ਬੰਦਾ। ਹਮੀ ਵੀ ਸੀ ਉਸ ਦੇ ਵਿੱਚ, ਘਮੰਡ ਵੀ ਸੀ ਉਸ ਦੇ ਵਿੱਚ। ਉਸ ਨੂੰ ਆਪਣੀ ਤਾਕਤ ਤੇ ਦੇਹ ਦਾ ਵੀ ਬਹੁਤ ਮਾਣ ਸੀ। ਦੇਹ ਮਤਲਬ ਸਰੀਰ, ਉਸ ਨੂੰ ਆਪਣੀ ਤਾਕਤ ਤੇ ਸਰੀਰ ਦਾ ਵੀ ਬਹੁਤ ਘਮੰਡ ਸੀਗਾ। ਜਿੱਥੇ ਵੀ ਅੜ ਜਾਂਦਾ ਆਪਣੀ ਹੀ ਹਿੱਡ ਪੁਗਾਉਂਦਾ, ਮਤਲਬ ਜਿੱਥੇ ਵੀ ਉਹ ਚਲਾ ਜਾਂਦਾ ਆਪਣੀ ਹੀ ਮਰਜ਼ੀ ਕਰਦਾ ਔਰ ਆਪਣੀ ਦੂਸਰਿਆਂ ਕੋਲੋਂ ਵੀ ਆਪਣੀ ਮਰਜ਼ੀ ਕਰਵਾਉਂਦਾ। ਭਾਵੇਂ ਉਹਦੀ ਆਪਣੀ ਹੀ ਗਲਤੀ ਹੁੰਦੀ, ਪਰ ਉਹ ਆਪਣੀ ਗਲਤੀ ਮੰਨਦਾ ਨਹੀਂ, ਦੂਸਰਿਆਂ ਨੂੰ ਆਪਣੀ ਜਿਹੜੀ ਹੈ ਉਹ ਜਿੱਤ ਮਨਵਾਉਂਦਾ। ਹੁਣ ਤਾਂ ਫੇਰ ਵੀ ਘੱਟ ਸੀ, ਜਵਾਨੀ ਪਹਿਰੇ ਬਹੁਤ ਸੀ। ਜਦੋਂ ਚਾਹੇ ਜਿਸ ਦਾ ਮਰਜ਼ੀ ਖੂਹ ਛਡਵਾ ਦਿੰਦਾ, ਜੁੜੇ ਬਲਦ ਖੁਲਵਾ ਦਿੰਦਾ। ਕਿਸੇ ਦੀ ਤਾਕਤ ਹੀ ਨਹੀਂ ਸੀ ਉਸ ਦੇ ਸਾਹਮਣੇ ਹੁੱਤ ਕਰ ਜਾਵੇ, ਮਤਲਬ ਉਹਦੇ ਸਾਹਮਣੇ ਕੋਈ ਬੋਲ ਵੀ ਜਾਵੇ, ਕਿਸੇ ਦੀ ਕੋਈ ਹਿੰਮਤ ਹੀ ਨਹੀਂ ਹੁੰਦੀ ਸੀ। ਸਾਰੇ ਉਸ ਤੋਂ ਡਰਦੇ ਸਨ। ਕਿੰਨੀ ਵਾਰੀ ਜਿਉਣੇ ਦਾ ਹੀ ਉਸਨੇ ਖੂਹ ਛਡਵਾਇਆ ਸੀ ਤੇ ਜੁੜੇ ਬਲਦ ਖੁਲਾਏ ਸਨ। ਜਿਉਣਾ ਡਰ ਕੇ ਚੁੱਪ ਕਰ ਜਾਂਦਾ ਸੀ, ਕੋਈ ਵੀ ਬੋਲਦਾ ਨਹੀਂ ਸੀ। ਸੱਦਾ ਸਿੰਘ ਤਾਂ ਇੱਕ ਤਰ੍ਹਾਂ ਦਾ ਛੱਪਾ ਬੈਠਿਆ ਹੋਇਆ ਸੀ। ਛੱਪਾ ਮਤਲਬ ਦਹਿਸ਼ਤ ਪੈਦਾ ਕਰਕੇ ਉਹ ਬੈਠਿਆ ਹੋਇਆ ਸੀ ਵੀ ਮੈਂ ਜੋ ਚਾਹਾਂ ਕਰ ਸਕਦਾ। ਸੱਦਾ ਸਿੰਘ ਨੂੰ ਆਂਦਾ ਵੇਖ ਬਚਨ ਸਿੰਘ ਦੀ ਖਾਲ ਛੱਡ ਕੇ ਖੂਹ ਉੱਤੇ ਆ ਗਿਆ। ਕਹੀ ਉਸ ਦੇ ਕੋਲ ਸੀ, ਕਹੀ ਮਤਲਬ ਮਿੱਟੀ ਪੁੱਟਣ ਵਾਲਾ ਯੰਤਰ ਜਿਸ ਦੇ ਨਾਲ ਮਿੱਟੀ ਨੂੰ ਪੁੱਟਿਆ ਜਾਂਦਾ ਹੈ। ਦੋਵੇਂ ਹੀ ਉਹ ਸੱਦਾ ਸਿੰਘ ਦੇ ਸਾਹਮਣੇ ਸਮਝੋ ਹੇਚ ਸਨ। ਹੇਚ ਮਤਲਬ ਤੁੱਛ ਸਨ, ਮਤਲਬ ਉਹਨਾਂ ਨੂੰ ਸਮਝਦਾ ਹੀ ਕੁਛ ਨਹੀਂ ਸੀ, ਮਾੜੇ ਮੋਟੇ ਸਨ। ਸੱਦਾ ਸਿੰਘ ਤੁਰਦਾ ਖੂਹ ਦੇ ਨੇੜੇ ਆ ਗਿਆ ਤੇ ਆਂਦਾ ਹੀ ਉਹਨਾਂ ਨੂੰ ਆਖਣ ਲੱਗਾ, ਖੂਹ ਨਾ ਚਲਾਇਓ ਬਈ। ਉਸ ਦਾ ਬੋਲ ਡਾਂਟਵਾ ਤੇ ਤੜੀ ਨਾਲ ਭਰਿਆ ਹੋਇਆ ਸੀ। ਕਿਉਂ ਨਾ ਚਲਾਈਏ ਖੂਹ? ਜਿਉਣੇ ਹੋਰੀ ਆਖਣ ਲੱਗੇ। ਡਰ ਤੇ ਘਬਰਾਹਟ ਨਾਲ ਉਹ ਤੱਕ ਕਰ ਰਹੇ ਸਨ, ਪਰ ਉੱਪਰੋਂ ਪੂਰੇ ਜੋਸ਼ ਨਾਲ ਬੋਲ ਰਹੇ ਸਨ ਕਿ ਅਸੀਂ ਖੂਹ ਕਿਉਂ ਨਹੀਂ ਚਲਾਈਏ। ਬਸ ਮੈਂ ਤੁਹਾਨੂੰ ਕਹਿ ਦਿੱਤਾ, ਖੂਹ ਨਾ ਚਲਾਇਓ। ਅੱਜ ਸਾਡੀ ਵਾਰੀ ਹੈ। ਤੁਹਾਡੀ ਵਾਰੀ ਕਿੱਥੇ ਹੈ? ਅੱਜ ਸਾਡੀ ਵਾਰੀ ਹੈ। ਜਿਉਣੇ ਹੋਰੀ ਉਹਦੇ ਨਾਲ ਬਹਿਸ ਕਰਨ ਲੱਗੇ। ਬਸ ਮੈਂ ਤੁਹਾਨੂੰ ਕਹਿਤਾ ਖੂਹ ਨਾ ਚਲਾਇਓ। ਸੱਦਾ ਸਿੰਘ ਉਹਨਾਂ ਨੂੰ ਬਾਰ-ਬਾਰ ਕਹਿ ਰਿਹਾ ਕਿ ਖੂਹ ਨਾ ਚਲਾਇਓ। ਆ ਗਿਆ ਨਾਡੂ ਖਾਂ, ਜਿਉਣੀ ਹੋਰੀ ਬੁੜਬੁੜਾਏ। ਜਿਉਣਾ ਉਸ ਨੂੰ ਬੁੜਬੜਾਉਂਦੇ ਹੋਏ ਕਹਿਣ ਲੱਗਾ ਕਿ ਆ ਗਿਆ ਵੱਡਾ ਨਾਡੂ ਖਾਂ। ਬਲਦ ਜੁੜੇ ਖੜੇ ਸਨ। ਤਦੇ ਬਲਦ ਹੱਕਣ ਲਈ ਜਿਉਣੇ ਨੇ ਟਿਚਕਾਰੀ ਮਾਰੀ। ਮੈਂ ਮੂੰਹੋਂ ਕੱਢੀ ਤਿੱਖੀ ਆਵਾਜ਼ ਉਸਨੇ ਕੱਢੀ ਬਲਦਾਂ ਨੂੰ ਅੱਗੇ ਭੇਜਣ ਲਈ, ਹੱਕਣ ਲਈ ਮਤਲਬ ਪਸ਼ੂਆਂ ਨੂੰ ਤੋਰਨ ਲਈ ਉਸਨੇ ਇੱਕ ਤੇਜ਼ ਆਵਾਜ਼ ਕੱਢੀ। ਸੱਦਾ ਸਿੰਘ ਉਸ ਸਮੇਂ ਬਲਦਾਂ ਅੱਗੇ ਆ ਗਿਆ ਤੇ ਛਾਤੀ ਤਾਣ ਖਲੋ ਗਿਆ। ਚਲਾਇਓ। ਕਿਵੇਂ ਚਲਾਉਂਦੇ ਹੋ? ਉਸਨੇ ਰਾਹ ਰੋਕ ਲਿਆ। ਸੱਦਾ ਸਿੰਘ ਆਰਾਮ ਨਾਲ ਤਾਕਾਂ ਉੱਤੇ ਹੱਥ ਰੱਖੀ ਬਲਦਾਂ ਅੱਗੇ ਖੜਾ ਸੀ। ਉਸ ਦਾ ਪੇਟ ਵਧਿਆ ਤੇ ਗੋਡੇ ਤਣੇ ਹੋਏ ਸਨ, ਜੋ ਰੇਬ ਕੱਛ ਦੀਆਂ ਮੋਹਰੀਆਂ ਥੱਲੇ ਉਸ ਨੂੰ ਚੁੱਕੀ ਖੜੇ ਸਨ। ਸਿਰ ਥੋੜਾ ਗੰਜਾ ਸੀ ਤੇ ਚੰਨ ਚਾਨਣੀ ਰਾਤ ਵਿੱਚ ਚਮਕਾ ਮਾਰ ਰਿਹਾ ਸੀ। ਪੈਰਾਂ ਥੱਲੇ ਛਾਂ ਸੀ, ਪਰ ਇਹ ਛਾਂ ਸੱਦਾ ਸਿੰਘ ਨੂੰ ਨਜ਼ਰ ਨਹੀਂ ਸੀ ਆ ਰਹੀ ਕਿਉਂਕਿ ਉਹਦਾ ਪੇਟ ਵਧਿਆ ਹੋਇਆ ਸੀ, ਕਿਉਂਕਿ ਉਸਦੀ ਛਾਤੀ ਤਣੀ ਤੇ ਧੌਣ ਉੱਭਰੀ ਹੋਈ ਸੀ। ਕਾਲੀ ਚਿੱਟੀ ਰਾਤ ਵਿੱਚ ਉਹ ਇਉਂ ਨਜ਼ਰ ਆ ਰਿਹਾ ਸੀ ਜਿਵੇਂ ਕੋਈ ਦੈਤ ਖਲੋਤਾ ਹੋਏ। ਦੈਤ ਮਤਲਬ ਰਾਖਸ਼ ਖੜਾ ਹੋਏ। ਜਿਉਣੇ ਹੋਰੀ ਆਖਣ ਲੱਗੇ, ਭਾਈ ਜੀ ਤੂੰ ਚੱਲਿਆ ਜਾ, ਖੂਹ ਨਾ ਸਾਡਾ ਡੱਕ, ਅਸੀਂ ਲੜਾਈ ਨਹੀਂ ਕਰਨਾ ਚਾਹੁੰਦੇ। ਡਰ ਅਤੇ ਕਮਜ਼ੋਰੀ ਨਾਲ ਉਹ ਉੱਚੀ ਬੋਲ ਰਹੇ ਸਨ। ਬੋਲਦ ਖੋਲੋ ਬੋਲਦ, ਮੈਂ ਨਹੀਂ ਜਾਣਦਾ ਬਹੁਤੀਆਂ ਗੱਲਾਂ। ਸੱਦਾ ਸਿੰਘ ਉਹਨਾਂ ਨੂੰ ਕਹਿਣ ਲੱਗਾ। ਕਿਉਂ? ਕਿਹੜਾ ਖੁਲਾਊ ਸਾਡੇ ਬਲਦ? ਜਿਉਣੇ ਹੋਰੀ ਉਹਨੂੰ ਕਹਿਣ ਲੱਗੇ ਕਿ ਕੌਣ ਖਿਲਾਏਗਾ ਸਾਡੇ ਬਲਦ? ਮੈਂ ਖਿਲਾਊਂ ਜਿਹਨੇ ਅੱਗੇ ਖਿਲਾਏ ਸੀ। ਸੱਦਾ ਸਿੰਘ ਉਹਨਾਂ ਨੂੰ ਧਮਕੀ ਦਿੰਦਾ ਹੈ, ਕਹਿ ਰਿਹਾ ਕਿ ਮੈਂ ਹੀ ਤੁਹਾਡੇ ਬਲਦ ਖਿਲਾਵਾਂਗਾ ਜਿਹੜਾ ਅੱਗੇ ਵੀ ਖਿਲਾਉਂਦਾ ਸੀ।
ਸੱਦਾ ਸਿੰਘ ਸੋਟੀ ਤੱਕ ਵੀ ਨਾਲ ਲੈ ਕੇ ਨਹੀਂ ਆਇਆ ਸੀ, ਨਾ ਹੀ ਉਸ ਨੂੰ ਲੋੜ ਸੀ, ਕਿਉਂਕਿ ਉਹ ਆਪਣੇ ਆਪ ਨੂੰ ਬਦਮਾਸ਼ ਸਮਝਦਾ ਸੀ। ਉਹ ਡਰਾ ਧਮਕਾ ਕੇ ਲੋਕਾਂ ਕੋਲੋਂ ਕੰਮ ਕਰਵਾ ਲੈਂਦਾ ਸੀ, ਔਰ ਉਹ ਆਪਣੇ ਹੱਥ ਵਿੱਚ ਸੋਟੀ ਵੀ ਰੱਖਣੀ ਪਸੰਦ ਨਹੀਂ ਕਰਦਾ ਸੀ, ਕਿਉਂਕਿ ਲੋਕ ਇਸ ਤਰ੍ਹਾਂ ਉਹਦਾ ਸਰੀਰ ਦੇਖ ਕੇ ਉਹਦੇ ਕੋਲੋਂ ਡਰ ਜਾਂਦੇ ਸਨ। ਜਿਉਣੇ ਹੋਰਾਂ ਦੋਹਾਂ ਨੂੰ ਉਹ ਸਮਝਦਾ ਹੀ ਕੀ ਸੀ, ਖਾਦੀ ਪੀਤੀ ਰੋਟੀ। ਜੇ ਉਹ ਚਾਹੁੰਦਾ ਦੋਹਾਂ ਨੂੰ ਹੀ ਸਿਰ ਪੜਾ ਕੇ ਮਾਰ ਦਿੰਦਾ। ਅੱਗੇ ਉਹਨੂੰ ਕਿੰਨੀ ਵਾਰ ਦਬਕਾਏ ਹੋਏ ਸਨ। ਉਹਨਾਂ ਦੀ ਤਾਕਤ ਕੀ ਸੀ? ਉਹ ਉਸ ਨੂੰ ਸਾਹਮਣੇ ਆਣ ਅੜ ਖਲੋਣ। ਉਸ ਨੂੰ ਆਪਣੀ ਤਾਕਤ ਉੱਤੇ ਪੂਰਾ ਭਰੋਸਾ ਸੀ। ਜਿਉਣੇ ਹੋਰੀ ਸੱਦਾ ਸਿੰਘ ਤੋਂ ਦੁਖੀ ਹੋਏ ਪਏ ਸਨ। ਰੋਜ਼ ਤੰਗ ਕਰਦਾ ਤੇ ਤੁਰਦਾ ਕੰਮ ਖਲਾਰ ਦਿੰਦਾ। ਰੱਬ ਹੀ ਬਣਿਆ ਹੋਇਆ ਸੀ। ਸੱਦਾ ਸਿੰਘ ਦੇ ਹੈਂਕੜ ਨਾਲ ਬੋਲ ਹੀ ਮੂੰਹੋਂ ਕੱਢਿਆ ਸੀ। ਹੈਂਕੜ ਮਤਲਬ ਗੁੱਸੇ ਨਾਲ। ਕਿ ਲੱਖ ਸੌਆਂ ਦਾ ਸਾਊ ਜਿਉਣਾ ਅੱਗ ਬਬੂਲਾ ਹੋ ਗਿਆ। ਅੱਗ ਬਬੂਲੇ ਹੋਣਾ ਮਤਲਬ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਆ ਜਾਣਾ ਤੇ ਡਰ ਦੀ ਅੰਨੀ ਸ਼ਕਤੀ ਨਾਲ ਕਾਲਾ ਕਹਿਰ ਬਣ ਗਿਆ। ਉਸਨੇ ਕਹੀ ਚੁੱਕੀ ਤੇ ਬਿਜਲੀ ਵਾਂਗ ਤਾਕਤ ਨਾਲ ਸੱਦਾ ਸਿੰਘ ਦੇ ਸਿਰ ਵਿੱਚ ਮਾਰੀ। ਖੂਹ ਛਡਾਇਓ ਸਾਡਾ ਇਹ ਬੋਲਦ ਖੋਲੋ ਇਹ। ਉਹ ਦੰਦ ਕਰੀਚ ਰਿਹਾ ਸੀ ਤੇ ਲੱਖਾਂ ਕਰੋੜਾਂ ਸੱਪਾਂ ਜਿੰਨਾ ਜ਼ਹਿਰ ਨਾਲ ਭਰ ਗਿਆ ਸੀ। ਹੁਣ ਉਹ ਚੰਡਾਲ ਸੀ। ਉਸ ਦੀਆਂ ਅੱਖਾਂ ਲੱਟ ਲਟਾ ਕੇ ਕਾਲੀ ਅੱਗ ਬਣ ਗਈਆਂ ਸਨ। ਕਹੀ ਵਜ੍ਹਾ ਨਾਲ ਸੱਦਾ ਸਿੰਘ ਕਮੇਂਟਣੀ ਖਾ ਕੇ ਧਰਤੀ ਦੇ ਉੱਤੇ ਡਿੱਗ ਪਿਆ। ਕਮੇਂਟਣੀ ਮਤਲਬ ਚੱਕਰ ਖਾ ਕੇ। ਪਾਣੀ ਵੀ ਉਸ ਮੰਗਿਆ ਨਹੀਂ। ਉਸ ਦਾ ਸਿਰ ਖਰਬੂਜੇ ਵਾਂਗ ਫਾਕ ਹੋ ਗਿਆ ਸੀ। ਕਹੀ ਏਕਣ ਵੱਜੀ ਸੀ ਜਿਵੇਂ ਕਿ ਉਹ ਸਿਰ ਵਿੱਚ ਨਹੀਂ ਮਿੱਟੀ ਦੇ ਭਾਂਡੇ ਉੱਤੇ ਵੱਜੀ ਹੋਵੇ। ਚਿੱਕੜ ਵਾਂਗੂ ਉਸ ਦਾ ਚਿਹਰਾ ਲੱਥ-ਪੱਥ ਹੋ ਗਿਆ ਸੀ। ਲਹੂ ਦੀਆਂ ਤਤੀਰੀਆਂ ਉਸ ਦੀ ਚਿੱਟੀ ਕੱਛ ਤੱਕ ਪਹੁੰਚ ਗਈਆਂ ਸਨ। ਇੱਕ ਪਲ ਲਈ ਜਿਉਣੇ ਨੂੰ ਅੰਤਾਂ ਦੀ ਤਸੱਲੀ ਹੋਈ। ਉਸ ਮਤਲਬ ਉਹਦਾ ਮਨ ਖੁਸ਼ ਹੋ ਗਿਆ, ਸ਼ੁਕਰ ਆ ਮਰ ਗਿਆ। ਉਸ ਦਾ ਮਨ ਖੁਸ਼ ਸੀ, ਪਰ ਅਗਲੇ ਪਲ ਵਿੱਚ ਤਸੱਲੀ ਛਾਈ-ਮਾਈ ਹੋ ਗਈ। ਉਸ ਨੂੰ ਆਸ ਨਹੀਂ ਸੀ ਕਿ ਉਸ ਤੋਂ ਇਹ ਹੋ ਜਾਵੇਗਾ। ਉਸਨੇ ਕਹੀ ਸੱਦਾ ਸਿੰਘ ਨੂੰ ਮਾਰਨ ਲਈ ਨਹੀਂ ਮਾਰੀ ਸੀ, ਸਹਿਜ ਸੁਭਾਅ ਹੀ ਮਾਰੀ ਸੀ, ਢੋਲ ਵਾਂਗ ਜਾਂ ਜੱਫੇ ਵਾਂਗ। ਪਰ ਉਹ ਏਕਣ ਵੱਜੀ ਕਿ ਸੱਦਾ ਸਿੰਘ ਮਰ ਹੀ ਗਿਆ ਤੇ ਧਰਤੀ ਦੇ ਉੱਤੇ ਡਿੱਗ ਪਿਆ। ਹੁਣ ਉਹ ਮਰਿਆ ਪਿਆ ਸੀ, ਉਸ ਦੇ ਹੱਥੋਂ ਕਤਲ ਹੋਇਆ ਸੀ। ਜਿਉਣਾ ਇੱਕ ਸਿੱਧਾ ਸਾਦਾ ਤੇ ਸਧਾਰਨ ਜੱਟ ਸੀ। ਹੇਰ ਫੇਰ ਜਾਂ ਲੱਗ ਲਗਾਓ ਉਸ ਨੂੰ ਨਹੀਂ ਆਉਂਦੇ ਸਨ। ਮੀਂਹ ਤਾਂ ਸੁੱਚੀ ਕਣੀ ਵਾਂਗ ਜਿਹੜੀ ਅਜੇ ਅੰਬਰ ਦੇ ਵਿਚਕਾਰ ਹੀ ਖੜੀ ਸੀ। ਉਸ ਦਾ ਦਿਲ ਪਵਿੱਤਰ ਸੀ। ਉਸ ਨੂੰ ਇਹੋ ਪਤਾ ਸੀ ਕਿ ਅੰਨ ਪੈਦਾ ਕਰਨ ਲਈ ਹਲ ਕਿਵੇਂ ਵਾਹਣਾ ਜਾਂ ਗੋਡੀ ਕਿਵੇਂ ਕਰਨੀ ਹੈ। ਫਸਲ ਉੱਗੀ ਦੇਖ ਕੇ ਉਹ ਖੁਸ਼ ਹੋਣ ਵਾਲਾ ਤੇ ਝੱਖੜ ਮਤਲਬ ਹਵਾ, ਤੇਜ਼ ਹਵਾ, ਝਾਂਜਾ ਦੇਖ ਕੇ ਦੁਖੀ ਹੋਣ ਵਾਲਾ। ਔਰ ਝਾਂਜਾ ਦਾ ਮਤਲਬ ਤੇਜ਼ ਹਵਾ, ਹਨੇਰੀ। ਜੇ ਕੋਈ ਦੁੱਖ ਜਾਂ ਸੁੱਖ ਹੁੰਦਾ ਤਾਂ ਵਾਹਿਗੁਰੂ ਨੂੰ ਯਾਦ ਕਰਦਾ। ਝਗੜੇ ਲਈ ਲੜਾਈ ਫਸਾਦ ਉਸ ਨੂੰ ਬੁਰੇ ਲੱਗਦੇ ਸਨ। ਜਿੱਥੋਂ ਤੱਕ ਹੁੰਦਾ ਉਹ ਇਹਨਾਂ ਗੱਲਾਂ ਤੋਂ ਦੂਰ ਹੀ ਰਹਿੰਦਾ, ਕਿਉਂਕਿ ਉਸ ਨੂੰ ਪਤਾ ਸੀ ਕਿ ਝਗੜਾ ਬੁਰਾ ਹੁੰਦਾ ਹੈ, ਲੜਾਈ ਦਾ ਮੂੰਹ ਕਾਲਾ ਹੁੰਦਾ ਹੈ। ਜਿੱਥੇ ਲੜਾਈ ਹੁੰਦੀ ਹੈ ਘੜੇ ਪਾਣੀ ਨਹੀਂ ਰਹਿੰਦਾ। ਜਿੱਥੇ ਜਿਉਣਾ ਲੜਾਈ ਤੋਂ ਜਾਂ ਹੋਰ ਗੱਲਾਂ ਤੋਂ ਡਰਦਾ ਸੀ, ਉਸ ਨੂੰ ਪੁਲਿਸ ਤੋਂ ਵੀ ਬਹੁਤ ਡਰ ਲੱਗਦਾ ਸੀ। ਉਸਨੇ ਸੁਣਿਆ ਹੋਇਆ ਸੀ ਕਿ ਪੁਲਿਸ ਬੁਰੀ ਹੁੰਦੀ ਹੈ। ਸੱਚੇ ਤੇ ਝੂਠੇ ਨੂੰ ਵੀ ਪੁਲਿਸ ਨਹੀਂ ਦੇਖਦੀ। ਪੁਲਿਸ ਲਈ ਸੱਚਾ ਤੇ ਝੂਠਾ ਇੱਕ ਬਰਾਬਰ ਹੈ। ਫਿਰ ਉਸ ਨੂੰ ਪਤਾ ਸੀ ਪੁਲਿਸ ਜਦੋਂ ਕੁੱਟਦੀ ਹੈ ਤਾਂ ਮੱਖੀ ਵਾਂਗੂ ਕੁੱਟਦੀ ਹੈ। ਮਾਰ ਆਦਮੀਆਂ ਦੇ ਹੱਡ ਭੰਨੇ ਜਾਂਦੇ ਹਨ ਤੇ ਫੂਸ ਉਡਾਏ ਜਾਂਦੇ ਹਨ। ਮੰਜੇ ਹੇਠਾਂ ਹੱਥ ਦੇ ਕੇ ਉਸ ਉੱਤੇ ਬੰਦੇ ਬੈਠਦੇ ਤੇ ਉਸ ਨੂੰ ਦੁੱਖ ਦਿੰਦੇ ਹਨ। ਕਦੇ ਮੰਜਾ ਲਾਉਂਦੇ ਤੇ ਕਦੇ ਉਸ ਦੇ ਕੇਸ ਬਣ ਕੇ ਛੱਤ ਤੇ ਟੰਗ ਦਿੰਦੇ ਹਨ। ਪੈਰਾਂ ਦੀਆਂ ਤਲੀਆਂ ਵਿੱਚ ਬੈਂਤ ਮਾਰੇ ਜਾਂਦੇ ਹਨ ਤੇ ਨਹੁੰਆਂ ਦੀਆਂ ਸੂਈਆਂ ਵਿੱਚ ਪਿੰਨ ਚੋਬੇ ਜਾਂਦੇ ਹਨ। ਬੱਕਰਾ ਵੀ ਕਸਾਈ ਕੋਲ ਇੰਨਾ ਦੁਖੀ ਨਹੀਂ ਹੁੰਦਾ ਜਿੰਨਾ ਬੰਦਾ ਪੁਲਿਸ ਦੇ ਕੋਲ ਦੁਖੀ ਹੋ ਜਾਂਦਾ ਹੈ। ਖੂਹ ਤੋਂ ਥੋੜ੍ਹੀ ਹੀ ਦੂਰ ਇੱਕ ਕਣਕ ਦਾ ਖਲਵਾੜਾ ਸੀ। ਜਿਉਣਾ ਉੱਥੇ ਦੌੜਿਆ ਤੇ ਕਣਕ ਦੇ ਖਲਵਾੜੇ ਵਿੱਚ ਭਾਰਾ ਓਲੇ ਲੁਕ ਗਿਆ। ਇੱਥੇ ਉਹ ਮਹਿਫੂਜ਼ ਸੀ, ਉਸ ਨੂੰ ਕੋਈ ਨਹੀਂ ਸੀ ਦੇਖਦਾ। ਪਰ ਜਿਉਣਾ ਅਗਲੇ ਹੀ ਪਲ ਥਲ ਪਥਲ ਹੋ ਗਿਆ। ਉਸ ਨੂੰ ਚੈਨ ਨਹੀਂ ਸੀ। ਉਸ ਨੂੰ ਆਪਣੇ ਚਾਰ ਚੁਫੇਰੇ ਪੁਲਿਸ ਦਿਸਣ ਲੱਗੀ। ਪੁਲਿਸ ਜਦੋਂ ਆਉਂਦੀ ਹੈ ਤਾਂ ਪੱਤਾ ਛਾਂਦੀ ਤੇ ਖੂੰਜਾ ਟਾਉਂਦੀ ਹੈ। ਬੰਦਾ ਭਾਵੇਂ ਕਿਤੇ ਹੋਵੇ, ਪੁਲਿਸ ਭਾਲ ਹੀ ਲੈਂਦੀ ਹੈ। ਭਾਲ ਮਤਲਬ ਲੱਭ ਲੈਂਦੀ ਹੈ। ਜਿਉਣਾ
ਉੱਠਿਆ ਤੇ ਫੇਰ ਬਾਹਰ ਆ ਗਿਆ। ਖਲਵਾੜੇ ਵਿੱਚ ਲੁਕਿਆ ਉਹ ਸਭ ਨੂੰ ਨਜ਼ਰ ਆਉਂਦਾ ਸੀ। ਉੱਥੋਂ ਥੋੜ੍ਹੀ ਦੂਰ ਹੀ ਸ਼ਹੀਦਾਂ ਵਾਲਾ ਖੂਹ ਸੀ। ਜਿਉਣਾ ਉੱਥੋਂ ਤੁਰਿਆ ਤੇ ਵੰਡਾਂ ਵਿੱਚ ਦੌੜਦਾ ਸ਼ਹੀਦਾਂ ਵਾਲੇ ਆ ਗਿਆ। ਸ਼ਹੀਦਾਂ ਵਾਲੇ ਖੂਹ 'ਤੇ ਇੱਕ ਝੁੱਗੀ ਬਣੀ ਹੋਈ ਸੀ। ਝੁੱਗੀ ਕਾਫੀ ਡੂੰਘੀ ਸੀ। ਆਮ ਕਰਕੇ ਝੁੱਗੀ ਵਿੱਚ ਪਾਣੀ ਜਮ੍ਹਾਂ ਰਹਿੰਦਾ ਸੀ, ਪਰ ਅੱਜ ਉਹ ਖਾਲੀ ਸੀ। ਥੋੜ੍ਹਾ ਬਹੁਤਾ ਚਿੱਕੜ ਜਾਂ ਇੱਟਾਂ ਬੱਟੇ ਹੋਣਗੇ। ਜਿਉਣਾ ਇੰਨਾ ਘਾਬਰਿਆ ਤੇ ਇੰਨਾ ਡਰਿਆ ਹੋਇਆ ਸੀ ਕਿ ਆਪਣੇ ਆਪ ਨੂੰ ਲੁਕਾਉਣ ਲਈ ਉਹ ਝੁੱਗੀ ਵਿੱਚ ਬਹਿ ਗਿਆ ਤੇ ਝੁੱਗੀ ਵਿੱਚ ਹੀ ਪੂਰੀ ਤਰ੍ਹਾਂ ਉਹ ਆਪਣੇ ਆਪ ਨੂੰ ਮਹਿਫੂਜ਼ ਸਮਝਣ ਲੱਗ ਪਿਆ। ਹਾਲਾਂਕਿ ਇਹ ਗਲਤ ਸੀ। ਝੁੱਗੀ ਵਿੱਚ ਬੈਠਾ ਬੰਦਾ ਸਾਫ਼ ਨਜ਼ਰ ਆਉਂਦਾ ਸੀ। ਆਦਮੀ ਦੇ ਨਹਾਉਣ ਲਈ ਹੀ ਝੁੱਗੀ ਬਣੀ ਹੋਈ ਸੀ, ਜੋ ਕਿ ਬਹੁਤੀ ਡੂੰਘੀ ਨਹੀਂ ਸੀ। ਪਰ ਜਿਉਣਾ ਝੁੱਗੀ ਵਿੱਚ ਵੀ ਥਲ ਪਥਲ ਹੋ ਗਿਆ। ਥਲ ਪਥਲ ਮਤਲਬ ਕਿ ਬਦਹਵਾਸ, ਘਬਰਾਉਣਾ ਸ਼ੁਰੂ ਕਰਤਾ ਉਹਨੇ ਝੁੱਗੀ ਦੇ ਵਿੱਚ। ਇਹ ਵੀ ਠੀਕ ਨਹੀਂ ਸੀ। ਇੱਥੇ ਵੀ ਉਹ ਲੁਕਿਆ ਹੋਇਆ ਜਾਂ ਮਹਿਫੂਜ਼ ਮਤਲਬ ਆਪਣੇ ਆਪ ਨੂੰ ਸੁਰੱਖਿਅਤ ਸਮਝਣਾ, ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝ ਰਿਹਾ ਸੀ। ਸਭ ਨੂੰ ਨਜ਼ਰ ਆ ਰਿਹਾ ਸੀ। ਉਸ ਦੇ ਬਿਰਛ ਬੂਟੇ ਉਸ ਨੂੰ ਰਹਿ ਕੇ ਘੂਰ ਰਹੇ ਸਨ ਤੇ ਉਸ ਨੂੰ ਘਿਰਨਾ ਕਰਦੇ ਸਨ। ਘਿਰਨਾ ਮਤਲਬ ਨਫ਼ਰਤ। ਖੂਹ ਵੀ ਭਾਵੇਂ ਚੁੱਪ ਸੀ, ਪਰ ਸਾਰੀ ਗੱਲ ਤੋਂ ਵਾਕਿਫ ਸੀ। ਟਿੰਡਾਂ ਵੀ ਜੇ ਪਾਛੜਾ ਦੀ ਸਾਰੀ ਗੱਲ ਤੋਂ ਜਾਣੂ ਸਨ। ਟਿੰਡਾਂ ਵਾਲੇ ਬੱਚੇ ਪਹਿਲੇ ਖੂਹ ਹੁੰਦੇ ਸਨ। ਟਿੰਡਾਂ ਵਾਲੇ ਖੂਹਾਂ ਦੇ ਵਿੱਚੋਂ ਪਾਣੀ ਬਾਹਰ ਕੱਢਣ ਵਾਲੀ ਮਸ਼ੀਨ ਨੂੰ ਟਿੰਡਾਂ ਕਿਹਾ ਜਾਂਦਾ। ਉਸ ਮਸ਼ੀਨ 'ਤੇ ਉਹ ਮਤਲਬ ਉਹ ਵੀ ਸਾਰੀ ਗੱਲ ਜਾਣਦੀਆਂ ਸਨ ਕਿ ਅੱਜ ਜਿਉਣੇ ਨੇ ਕੀ ਕੀਤਾ ਸੀ। ਪਰ ਚੁੱਪ ਚਪੀਤੀ ਟਿਕੀ ਰਾਤ ਦੀ ਸਾਰੀ ਗੱਲ ਦੀ ਭੇਤਨ ਸੀ। ਰਾਤ ਨੂੰ ਵੀ ਸਾਰਾ ਕੁਝ ਪਤਾ ਸੀ ਕਿ ਅੱਜ ਜਿਉਣੇ ਨੇ ਕੀ ਕਰ ਦਿੱਤਾ। ਅੰਬਰਾਂ ਉੱਤੇ ਤਾਰੇ ਵੀ ਸਨ ਜੋ ਟਸ ਟਸ ਕਰ ਰਹੇ ਸਨ। ਸਾਰਾ ਕੁਝ ਹੀ ਜਾਣਦੇ ਤੇ ਸਗੋਂ ਮੁਸਕਰਾਉਂਦੇ ਸਨ। ਸਾਰੇ ਜਣੇ ਇਹ ਸਭ ਕੁਝ ਜਿਉਣੇ ਦੇ ਬਾਰੇ ਵਿੱਚ ਸਭ ਜਾਣਦੇ ਸਨ ਤੇ ਮੁਸਕਰਾ ਰਹੇ ਸਨ। ਜਿਉਣੇ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਚੰਨ ਨੂੰ ਸਾਰਾ ਪਤਾ ਸੀ। ਆਖਰ ਜਿਉਣਾ ਝੁੱਗੀ ਵਿੱਚ ਵੀ ਸ਼ਾਂਤ ਹੋ ਕੇ ਬਹਿ ਨਾ ਸਕਿਆ, ਕਿਉਂਕਿ ਉਹ ਬੰਦੇ ਨੇ ਕਦੀ ਝੂਠ ਨਹੀਂ ਸੀ ਬੋਲਿਆ ਔਰ ਉਹ ਝੂਠ ਬੋਲਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਉਹ ਕੋਲ ਬੋਲਿਆ ਨਹੀਂ ਗਿਆ। ਝੱਟ ਹੀ ਬਾਹਰ ਆ ਗਿਆ। ਹੁਣ ਜਿਉਣਾ ਕਿੱਥੇ ਜਾਵੇ ਉਸਨੂੰ ਪਤਾ ਹੀ ਨਹੀਂ ਸੀ। ਜਿੰਨਾ ਚਿਰ ਰਾਤ ਸੀ ਜਿਉਣਾ ਸਮਝ ਰਿਹਾ ਸੀ ਹਰ ਕੋਈ ਉਸ ਨੂੰ ਦੇਖਦਾ ਤੇ ਉਸ ਦਾ ਪਿੱਛਾ ਕਰਦਾ ਹੈ। ਜਦੋਂ ਸਵੇਰ ਹੋਈ ਤਾਂ ਪੱਬਾਂ ਭਾਰ ਉੱਚਾ ਹੋ ਕੇ ਸੂਰਜ ਵੱਲ ਦੇਖਣ ਲੱਗਾ। ਜਿਉਣਾ ਸੋਚਣ ਲੱਗਾ ਕਿ ਹੁਣ ਉਹ ਲੁਕਿਆ ਹੋਇਆ ਹੈ। ਦੁਨੀਆ ਵਿੱਚ ਕੋਈ ਵੀ ਹੁਣ ਉਸ ਨੂੰ ਨਹੀਂ ਦੇਖਦਾ। ਜਿਉਣਾ ਘਰ ਆਇਆ ਤੇ ਏਕਣ ਬਹਿ ਗਿਆ, ਮਤਲਬ ਕਿ ਇਕੱਲੇ ਬੈਠ ਗਿਆ, ਜਿਵੇਂ ਫਸਲ ਸਿੰਜ ਕੇ ਜਾਂ ਗੋਡੀ ਕਰਕੇ ਆਇਆ ਹੋਵੇ। ਹੁਣ ਉਹ ਬਿਲਕੁਲ ਠੀਕ ਸੀ। ਉਸ ਦੇ ਅੰਦਰ ਪੂਰੀ ਚੈਨ ਨਜ਼ਰ ਆ ਰਹੀ ਸੀ, ਪਰ ਇਹ ਚੈਨ ਅਸਲ ਵਿੱਚ ਬੇਚੈਨੀਆਂ ਦਾ ਸ਼ਿਖਰ ਸੀ। ਉਸ ਦੇ ਮਨ ਦੀਆਂ ਤਹਿਆਂ ਵਿੱਚ ਤੂਫਾਨ ਆਇਆ ਹੋਇਆ ਸੀ। ਸਿਰਫ ਸਤਹ ਚੁੱਪ ਸੀ। ਉਸ ਨੇ ਪੱਗ ਉਤਾਰੀ ਤੇ ਕੰਘਾ ਕਰਨਾ ਸ਼ੁਰੂ ਕਰ ਦਿੱਤਾ। ਫਿਰ ਪੱਗ ਉਤਾਰੀ ਤੇ ਫਿਰ ਕੇਸ ਵਾਹਣੇ ਸ਼ੁਰੂ ਕਰ ਦਿੱਤੇ। ਬਾਰ ਜਿਉਣਾ ਪੱਗ ਉਤਾਰਦਾ ਤੇ ਕੇਸ ਵਾਹੁੰਦਾ। ਉਸ ਦੇ ਮਨ ਵਿੱਚ ਅਚਮੀ ਜਾਂ ਅਗਨੀ ਲੱਗੀ ਹੋਈ ਸੀ। ਲਾਟਾਂ ਭੜਕ ਰਹੀਆਂ ਸਨ। ਕਿੰਨੀ ਵਾਰ ਜਿਉਣੇ ਨੇ ਮੁੜ ਆਪਣੇ ਕੇਸ ਵਾਹੇ ਤੇ ਟੇਕ ਨਹੀਂ ਸੀ। ਪਾਰੇ ਵਾਂਗੂ ਉਸ ਦਾ ਮਨ ਅਸ਼ਾਂਤ ਤੇ ਵਿਆਕੁਲ ਸੀ। ਜਿਉਣਾ ਰੋਟੀ ਖਾਣ ਲੱਗਾ, ਪਰ ਪੈਰਾਂ ਭਾਰ ਬੈਠਾ ਉਹ ਏਕਣ ਰੋਟੀ ਖਾਂਦਾ ਸੀ। ਮਤਲਬ ਏਕਣ ਤਾਂ ਇਕੱਲਾ ਹੁਣ ਉਹ ਇੱਥੇ ਨਹੀਂ ਹੋਰ ਦੁਨੀਆ ਵਿੱਚ ਸੀ। ਬਟਰ ਤੱਕਦਾ ਉਹ ਆਪਣੇ ਮੂੰਹ ਵੱਲ ਅਲ ਪਟਲ ਬੁਰਕੀਆਂ ਪਾ ਰਿਹਾ ਸੀ। ਉਸ ਦੀਆਂ ਅੱਖਾਂ ਆਂਡਿਆਂ ਵਾਂਗੂ ਗਲੀ ਵੱਲ ਲਿਸ਼ਕ ਰਹੀਆਂ ਸਨ। ਜਿਉਣੇ ਅੰਦਰ ਸੱਚ ਤੇ ਝੂਠ ਘੋਰ ਯੁੱਧ ਕਰ ਰਹੇ ਸਨ। ਸੱਚ ਉਸ ਨੂੰ ਆਪਣੇ ਵੱਲ ਤੇ ਝੂਠ ਉਸ ਨੂੰ ਆਪਣੇ ਵੱਲ ਖਿੱਚ ਰਿਹਾ ਸੀ। ਜਿਉਣਾ ਦੁਬਿਧਾ ਵਿੱਚ ਸੀ, ਸਗੋਂ ਉਸ ਨੇ ਸੱਚ ਤੋਂ ਆਪਣਾ ਮੂੰਹ ਪੁਆਇਆ ਹੋਇਆ ਸੀ। ਬੇਸ਼ੱਕ ਚੰਗਾ ਤੇ ਉੜਕ ਜਿੱਤਣ ਵਾਲਾ ਸੀ। ਉੜਕ ਮਤਲਬ ਅਖੀਰ, ਪਰ ਉਸ ਨੂੰ ਝੂਠ ਚੰਗਾ ਤੇ ਲਾਹੇਵੰਦ ਦਿਸਦਾ ਸੀ। ਕਿੰਨੇ ਲੋਕੀ ਝੂਠ ਬੋਲ ਕੇ ਸਾਫ਼ ਬਰੀ ਹੋ ਜਾਂਦੇ ਹਨ। ਸੱਚੇ ਮਾਰੇ ਜਾਂਦੇ ਹਨ ਤੇ ਝੂਠੇ ਛੱਡੇ ਜਾਂਦੇ ਹਨ। ਉਸ ਨੂੰ ਸਾਫ਼ ਪਤਾ ਸੀ ਉਸ ਨੇ ਕਤਲ ਕੀਤਾ ਹੈ। ਉਸ ਦਾ ਦਿਲ ਕਹਿੰਦਾ ਸੀ ਕਿ ਉਸ ਨੇ ਕਤਲ ਕੀਤਾ ਹੈ, ਪਰ ਉਹ ਇਸ ਸੱਚਾਈ ਕੋਲੋਂ ਦੂਰ ਨੱਸਣਾ ਚਾਹੁੰਦਾ ਸੀ ਤੇ ਝੂਠਾ ਹੁੰਦਾ ਹੋਇਆ ਵੀ ਸੱਚਾ ਹੋਣਾ ਚਾਹੁੰਦਾ ਸੀ। ਉਸ ਨੂੰ ਝੂਠ ਚੰਗਾ ਤੇ ਸੱਚ ਬੁਰਾ ਲੱਗਣ ਲੱਗਾ। ਸੱਚ ਉਸ ਵੱਲ ਮੂੰਹ ਅੱਡ ਕੇ ਚਫਣ ਆ ਰਿਹਾ ਸੀ। ਝੂਠ ਸ਼ਰਨ ਦਿੰਦਾ ਸੀ। ਜਿਉਣਾ ਆਪਣੀ ਕਿਵੇਂ ਨਾ ਕਿਵੇਂ ਜਾਨ ਬਚਾਉਣੀ ਚਾਹੁੰਦਾ ਸੀ, ਪਰ ਦੁਖਾਂਤ ਇਹ ਸੀ ਜਿਉਣਾ ਇੱਕ ਚੰਗਾ ਬੰਦਾ ਸੀ। ਝੂਠ ਨਾਲ ਉਹ ਬਹੁਤਾ ਚਿਰ ਗੁਜ਼ਾਰਾ ਨਹੀਂ ਸੀ ਕਰ ਸਕਦਾ। ਸੂਲੀ ਉੱਤੇ ਟੰਗਿਆ ਵੀ ਉਹ ਇੰਨਾ ਦੁੱਖ ਮਹਿਸੂਸ ਨਾ ਕਰਦਾ ਜਿੰਨਾ ਉਸ ਨੂੰ ਹੁਣ ਹੋ ਰਿਹਾ ਸੀ। ਉਸ ਦਾ ਦਿਲ ਫੋੜੇ ਵਾਂਗੂ ਟਸ ਕਰ ਰਿਹਾ ਸੀ।
ਆਖਰ ਫੋੜਾ ਫੁੱਟਿਆ, ਫੋੜਾ ਮਤਲਬ ਫਿੰਸੀ, ਫੋੜਾ ਫੁੱਟਿਆ ਤੇ ਉਸ ਨੂੰ ਕੁਛ ਆਰਾਮ ਆਇਆ। ਟੀਸੀ ਤੇ ਪਹੁੰਚ ਕੇ ਜਦ ਪੀੜਾਂ ਸਿਖਰ ਨੂੰ ਛੂਹਣ ਲੱਗੀਆਂ, ਜਿਉਣੇ ਦਾ ਮੂੰਹ ਭਵਿਆ ਤੇ ਸੱਚ ਦੇ ਪਾਸੇ ਹੋ ਗਿਆ। ਜਿਉਣਾ ਬੁੜਬੁੜਾ ਲੱਗਿਆ, ਮੈਂ ਮਾਰਿਆ, ਮੁਕਰਦਾ ਨਹੀਂ, ਮੈਂ ਮਾਰਿਆ। ਵਾਰ-ਵਾਰ ਉਹ ਆਪ ਮੁਹਾਰਾ ਇੱਦਾਂ ਆਖਦਾ ਜਾਂਦਾ। ਉਸ ਦੇ ਦਿਲ ਨੂੰ ਹਲਕੀ ਠੰਡ ਮਹਿਸੂਸ ਹੋ ਰਹੀ ਸੀ। ਆਖਿਰ ਪੁਲਿਸ ਆਈ ਤੇ ਉਸ ਨੂੰ ਫੜ ਕੇ ਲੈ ਗਏ। ਹੱਥ ਕੜੀਆਂ ਵਿੱਚ ਵੱਜਿਆ। ਜਦ ਪੁਲਿਸ ਅੱਗੇ ਤੁਰਦਾ ਜਿਉਣਾ ਥਾਣੇ ਵੱਲ ਜਾ ਰਿਹਾ ਸੀ ਤਦ ਵੀ ਉਹ ਕਹਿ ਰਿਹਾ ਸੀ, ਮੈਂ ਮਾਰਿਆ, ਮੁਕਰਦਾ ਨਹੀਂ, ਮੈਂ ਮਾਰਿਆ। ਉਸ ਦੀਆਂ ਅੱਖਾਂ ਹੌਲੀ ਚਮਕਦਾਰ ਹੋ ਰਹੀਆਂ ਸਨ। ਸੋ ਬੱਚਿਓ, ਇਹ ਸੀ ਤੁਹਾਡੀ ਕਹਾਣੀ ਇੱਕ ਸਧਾਰਨ ਆਦਮੀ, ਔਰ ਜਿਹੜਾ ਕਿ ਸਧਾਰਨ ਹੁੰਦੇ ਹੋਏ ਵੀ, ਭੋਲਾ ਭਾਲਾ ਹੁੰਦੇ ਹੋਏ ਵੀ ਦੁਖੀ ਹੋ ਕੇ ਕਤਲ ਕਰ ਬੈਠਦਾ ਹੈ ਤੇ ਅੰਤ ਦੇ ਵਿੱਚ ਕਤਲ ਦਾ ਜੁਰਮ ਵੀ ਸਵੀਕਾਰ ਕਰ ਲੈਂਦਾ ਹੈ ਕਿ ਮੈਂ ਕਤਲ ਕੀਤਾ ਹੈ, ਕਿਉਂਕਿ ਝੂਠ ਨਹੀਂ ਸੀ ਬੋਲ ਸਕਦਾ। ਧੰਨਵਾਦ ਬੱਚਿਓ।